ਕਾਜ਼ਮ ਪਾਸ਼ਾ ਤੇ ਸਾਡਾ ਡਾਇਰੈਕਟਰ ਹੈ PTV ਮੇਰੇ ਉਸਤਾਦ ਮੁਹਤਰਮ। ਹਾਂ ਨਹੀਂ ਸੌਰੀ, ਉਹ ਕੋਈ ਅਦਾਕਾਰ ਸੀ, ਪਾਸ਼ਾ ਪਾਸ਼ਾ ਕਰਕੇ ਮਸ਼ਹੂਰ ਸੀ, ਛੋਟਾ ਮੋਟਾ ਤਾਂ। ਪਾਸ਼ਾ ਉਹ ਤੇ ਨਹੀਂ ਸੀ ਐਨਕ ਵਾਲੇ ਜਿੰਨ ਜਿਹੜਾ ਆਉਂਦਾ? ਨਹੀਂ ਮੈਨੂੰ ਨਹੀਂ ਜ਼ਿਆਦਾ, ਉਹ ਮੈਨੂੰ ਦੱਸਦੇ ਹੁੰਦੇ ਸੀ ਮੇਰੀ ਕੁੱਕੋ ਦੇ ਬੇਟੇ ਕਿ ਇੱਥੇ ਕਰਕੇ ਰਹਿੰਦਾ ਵਾ, ਤੇ ਇੱਕ ਵਾਰੀ ਉਹਨੇ ਕਿਹਾ ਸੀ ਸਾਡਾ ਘਰ 'ਚ ਅਸੀਂ ਸ਼ੂਟਿੰਗ ਕਰਨੀ। ਅੱਛਾ ਤਨਵੀਰ ਸਾਹਿਬ ਇਹ ਦੱਸੋ, ਮੈਂ ਤੇ ਇਹ ਫੀਲ ਕਰਨਾ ਜੀ ਜੀ ਅਗਰ ਮੈਂ ਆਲੇ ਦੁਆਲੇ ਦੇਖਣਾ ਨਾ, ਕਰਾਚੀ ਵੀ, ਲਾਹੌਰ ਵੀ, ਪਿਸ਼ਾਵਰ, ਪਿੰਡੀ, ਇਸਲਾਮਾਬਾਦ, ਕਿਤਾਬਾਂ ਦੀਆਂ ਦੁਕਾਨਾਂ ਤੇ ਖਤਮ ਹੀ ਹੋ ਗਈਆਂ ਜੀ ਜੀ ਸਿਰਫ ਜੀ, ਔਰ ਪੜ੍ਹਨ ਦਾ ਰੁਝਾਨ ਵੀ ਖਤਮ ਬਹੁਤ ਘੱਟ ਗਿਆ ਤੇ ਜਿਹੜੇ ਤੁਸੀਂ ਅਫਸਾਨੇ ਲਿਖਦੇ ਹੋ ਜੀ। ਇਹ ਮਹਿਜ਼ ਉੱਥੇ ਹਲਕੇ ਸੁਣਾਉਣ ਜੋਗੇ ਰਹਿ ਜਾਂਦੇ ਨੇ। ਇਹ ਤੁਸੀਂ ਕਿਤਾਬ ਵੀ ਛਪਵਾ ਰਹੇ ਹੋ, ਹਾਂਜੀ ਖਰੀਦਦਾ ਤੇ ਕੋਈ ਹੈ ਨਹੀਂ, ਹਾਂਜੀ, ਖਰੀਦਦਾ ਕੋਈ ਨਹੀਂ। ਤੇ ਫਾਇਦਾ ਇਹ ਬਸ ਆਪਣਾ ਕਥਾਰਸਿਸ ਹੈ ਭਾਈ, ਤਾਰੀਖ ਮਤਲਬ ਇੱਕ ਅਸਾਸਾ ਹੋਏਗਾ ਕਿ ਕੋਈ ਤੇ ਪੜ੍ਹੇਗਾ। ਉਹਦੇ ਨਾਲ ਕੀ ਹੋ ਜਾਏਗਾ? ਕੁਛ ਨਹੀਂ ਭਾਈ, ਆਪ ਫਿਲਹਾਲ ਤੇ ਆਪਣਾ ਇੱਕ ਤਸਕੀਨ ਹੈ, ਆਪਣੇ ਕਥਾਰਸਿਸ ਦਾ ਜੋ ਲਿਖਦੇ हैं ना। ਕਿਉਂਕਿ ਬਹੁਤ ਸਾਰੇ ਮੈਂ ਅਫਸਾਨਾ ਤੇ ਬਹਰਹਾਲ ਇੱਕ ਬੜੀ ਮੇਰੀ ਨਜ਼ਰ ਵਿੱਚ ਅਦਬ ਦੇ ਅੰਦਰ ਇਹ ਜਿਹੜੀ ਨਸਰ ਹੈ ਨਾ, ਜੀ ਜੀ ਇਹ ਬੜੀ ਬੜੀ ਬੁਲੰਦ ਚੀਜ਼ ਜੀ, ਹੈ ਜੀ। ਔਰ ਅਹਿਮੀਅਤ ਹੈ। ਜੀ ਨਸਰ ਦੇ ਫਿਰ ਕਈ ਸ਼ੋਬੇ ਨੇ, ਹਾਂਜੀ ਫਿਕਸ਼ਨ ਵਿੱਚ ਆ ਜਾਓ ਹਾਂਜੀ ਤੇ ਅਫਸਾਨੇ ਤੇ ਨਾਵਲ ਤੇ ਇਹ ਚੀਜ਼ਾਂ ਨੇ, ਹਕੀਕਤ ਵਿੱਚ ਆ ਜਾਓ ਤੇ ਉਹਨੇ ਯਾਨੀ ਸਫ਼ਰਨਾਮੇ ਨੇ, ਹਾਂਜੀ। ਉਹ ਸਫ਼ਰਨਾਮਿਆਂ ਨੂੰ ਵੀ ਅਗਲੇ ਦਿਲਚਸਪ ਬਣਾਉਣ ਲਈ ਹੁਣ ਤਾਂ ਵੀਡੀਓ ਤੇ ਤੜਕੇ ਛੜਕੇ ਲਾ ਦਿੰਦੇ ਨੇ, ਜੀ ਔਰ ਆਪ ਬੀਤੀਆਂ ਨੇ, ਹਾਂ ਔਰ ਫਿਰ ਅਦਰ ਦੇ ਉੱਤੇ ਤਨਕੀਦ ਹੈ, ਫਲਾਮ ਹੈ, ਜੀ। ਉਹ ਵੀ ਬਹੁਤ ਕੁਛ। ਸ਼ਾਇਰੀ ਜਿਹੜੀ ਹੈ ਨਾ ਮਾਦੂਦ ਚੰਦ, ਜੀ ਅਵਲ ਤੇ ਸ਼ਾਇਰੀ ਤੋਂ ਫਾਇਦਾ ਉਠਾਉਣ ਲਈ ਸ਼ਾਇਰੀ ਦਾ ਸ਼ਊਰ ਵੀ ਹੋਣਾ ਜੀ ਚਾਹੀਦਾ। ਜੀ, ਸ਼ਊਰ ਵੀ ਹੋਣਾ ਚਾਹੀਦਾ ਬਿਲਕੁਲ। ਜਦਕਿ ਨਸਰ ਪੜ੍ਹਨ ਵਾਸਤੇ ਤੁਹਾਡਾ ਮਾਮੂਲੀ ਸ਼ਊਰ ਵੀ ਕੰਮ ਕਰ ਜਾਂਦਾ ਹੈ। ਸ਼ਾਇਰੀ ਵਾਸਤੇ ਸ਼ਊਰ ਦੀ ਇੱਕ ਬੁਲੰਦਰ ਸਤਹ ਚਾਹੀਦੀ ਜੀ ਤਾਂ ਕਿ ਉਸ ਸ਼ੇਰ ਦੇ ਅੰਦਰ ਜੋ ਵੀ ਕੁਝ ਕਿਹਾ ਗਿਆ ਹੈ ਉਹ ਮੈਨੂੰ ਅੰਤ ਤੁਹਾਡੇ ਤੱਕ ਪਹੁੰਚਾ। जी ਜਿਵੇਂ ਫੈਜ਼ ਸਾਹਿਬ ਨੂੰ ਕਿਸੇ ਨੇ ਕਿਹਾ ਨਾ ਕਿ ਸਰ ये आपका ये शेर है तो ये ज़रा इसकी तशरीह कर दें, उन्होंने कहा मैं तशरीह करनी होती तो मैं शेर ही क्यों लिखता? फिर मैं नज़र लिखता, तो खुद ही समझ लो जो भी है। लिहाजा शेर एक ऐसी चीज़ है कि जिदे बारे च है कि अगर वो गज़ल का शेर है जी कि तुहाडी अपनी होवे तसव्वुर के ਉਹਨੂੰ ਜੋ ਵੀ ਸਮਝ जी ਚਾਹੋ ਤੇ ਉਹਨੂੰ ਪਤਾ ਨਹੀਂ ਬਹੁਤ ਹੀ ਬੁਲੰਦ ਦਰਜਾ ਦੇ ਦਿਓ, ਚਾਹੋ ਤੇ ਉਹਨੂੰ ਕੋਈ ਕਮਤਰ ਦਰਜਾ ਦੇ ਦਿਓ। ਲੇਕਿਨ ਇਹ ਗੱਲ ਜਿਹੜੀ ਮੈਂ ਕਰ ਰਿਹਾ ਇਹ ਉਹਨਾਂ ਸ਼ਾਇਰਾਂ ਲਈ ਕਰ ਰਿਹਾ ਜਿਹੜੇ ਬਾਕਾਇਦਾ ਵਾਕਈ बड़े शायर ਵਾਕਈ ਫਲਸਫਿਆਨਾ ਜ਼ਹਿਨ ਦੇ ਔਰ ਦਾਨਿਸ਼ ਰੱਖਣ ਵਾਲੇ ਸ਼ੁਆਰਾ। जी ਲੇਕਿਨ ਆਮ ਤੌਰ ਤੇ ਮੈਂ ਜਿਹੜੇ ਸ਼ਾਇਰਾਂ ਨੂੰ ਪੜ੍ਹਨਾ ਵਾ ਔਰ ਦੇਖਣਾ ਤੇ ਇਹ ਤੇ ਵਿਚਾਰੇ ਇਹਨਾਂ ਦੀ ਤੇ ਬਸ ਉਹ ਵਾਹ ਜ਼ਰੂਰ ਸਮੇਟ ਲੈਂਦੇ ਨੇ हाँ मुशायरे हैं शायर और मुशायरे ज़रूर लुट लेते हाँ हैं और एक अजीब हैजानी कैफियत अंदर पैदा करते हैं या एक नफसानी कैफियत हाँ, अंदर पैदा करते sometimes। हैं ਜਿਹੜੀ ਕਿ ਕਾਰੀ ਜਾਂ ਉਹਦੇ ਉੱਤੇ ਜਿਹੜਾ ਸਾਹਮਣੇ ਵੇ ਉਹਦੇ ਉੱਤੇ ਅਸਰ ਵੀ ਕਰਦੀ ਹੈ ਔਰ ਉਹਦੇ ਆਪਣੇ ਸਿਫਲੀ ਜਾਂ हाँ ਨਫਸਾਨੀ ਜਿਹੜੇ ਜਜ਼ਬਾਤ ਨੇ ਨਾ ਉਹ ਤੇਜ਼ ਹੋ ਜਾਂਦੇ ਨੇ ਤੇ ਇਹ ਸ਼ਾਇਰੀ ਤੇ ਕੁਛ ਸ਼ਾਇਰੀ जी ਭਾਈ ਸਾਡੇ ਨੇ ਫੈਸਲਾਬਾਦ 'ਚ ਸ਼ਾਇਰ ਬਹੁਤ ਨੇ, ਨਸਰ ਨਿਗਾਹ ਚੰਦ ਨੇ, ਉਹ ਇਸ ਲਈ ਮੈਨੂੰ ਉੱਥੇ ਬੜਾ ਉਹ ਅੱਛੇ ਨਜ਼ਰ ਨਾਲ ਦੇਖਿਆ ਜਾਂਦਾ ਕਿ ਯਾਰ ਕੋਈ ਬੰਦੇ ਨੇ ਜ਼ਰੂਰਤ ਕੀਤੀ, ਨਸਰ ਨੂੰ ਹੱਥ ਕੋਈ ਨਹੀਂ ਪਾਉਂਦਾ ਭੈਣ, ਇਹ ਔਖਾ ਕੰਮ ਹੈ ਪੜ੍ਹਦਾ ਕੋਈ ਨਹੀਂ। ਭਾਈ ਨਾ ਇਹ ਵੈਸੇ ਵੀ ਨਾ ਸ਼ਾਇਰ ਬੰਦਾ ਵਾਸ਼ਰੂਮ 'ਚ ਬੈਠਾ, ਬੱਸ 'ਚ ਬੈਠਾ, ਸ਼ਾਇਰੀ ਹੋ ਰਹੀ ਹੈ, ਨਸਰ ਵਾਸਤੇ ਬਕਾਇਦਾ ਬਹਿਣਾ ਪੈਂਦਾ। ਬਿਲਕੁਲ। ਔਰ ਤੁਸੀਂ ਇਹ ਦੇਖੋ ਕਿ ਇਹ ਜਿਹੜੇ ਸ਼ੁਆਰਾ ਨੇ ਇਹ ਜਿਹੜੇ ਤੀਸਰੇ ਦਰਜੇ ਦੇ ਹਾਂਜੀ ਦੂਸਰੇ ਜਿਹੜੇ ਦਰਜੇ ਦੇ ਆਮ ਆਮ ਸ਼ੁਆਰਾ ਨੇ ਉਹ ਸ਼ੇਰ ਵੀ ਹੁੰਦੇ ਨੇ, ਹਾਂਜੀ ਅੱਛੇ ਸ਼ੇਰ ਆਪਕੋ ਹੁੰਦੇ, ਨਿਕਲ ਹੀ ਵੀ ਆਉਂਦੇ ਅੱਛੇ ਸ਼ੇਰ ਹੁੰਦੇ। ਹਾਂਜੀ ਇਹਨਾਂ ਵਾਸਤੇ ਹੀ ਤੇ ਕੁਰਾਨ ਵਿੱਚ ਕਿਹਾ ਗਿਆ
کہ یہ وہ لوگ ہیں جن کے تصور کا پنچھی کبھی ایک ڈال پہ بیٹھتا ہے کبھی دوسری ڈال پہ. کیا بات ہے، کیا خوبصورت گل ہے. واہ، ان کا تو کوئی یعنی کوئی منزل ہی نہیں ہے. ہاں ہاں یہ تو ہمیں ہی اڑاریاں پھر ہاں مارتے پہ. ہاں ہاں. مطلب ہے کہ ٹھیک ہے حضرت علامہ اقبال بھی شاعر تھے جی، اقبال. لیکن وہ ایک بلند تر درجہ جی جی. پھر غالب نے. وہ غالب ہے ہاں وہاں تو پہلے. جی جی. اور لیکن عام جڑا نا وہ اس طرح ہی ہے.